morning, student. Beta, today we are going to start our first chapter ਜਿਹਦਾ ਨਾਮ ਹੈ ਅੰਤਰਰਾਸ਼ਟਰੀ ਰਾਜਨੀਤੀ ਅਰਥ ਸਰੂਪ ਤੇ ਖੇਤਰ international politics meaning nature and scope. Firstly, we are going to discuss that why international politics. ਅੰਤਰਰਾਸ਼ਟਰੀ ਰਾਜਨੀਤੀ ਕਿਉਂ ਪੈਦਾ ਹੋਈ, ਕਿਉਂ ਇਸ ਦੀ ਨੀਡ ਪਈ, ਕਿਉਂ ਇਸ ਦੀ ਸਾਨੂੰ ਜ਼ਰੂਰਤ ਪਈ। ਇਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਬੇਟਾ ਇਹਦੀ ਇੰਟਰੋਡਕਸ਼ਨ ਆਪਾਂ ਜ਼ਰੂਰ ਪੜ੍ਹ ਲਵਾਂਗੇ। ਅਕੋਰਡਿੰਗ ਟੂ ਦ ਐਰਿਸਟੋਟਲ ਦਾ ਕਹਿਣਾ ਹੈ ਕਿ ਮਨੁੱਖੀ ਸੁਭਾਅ ਅਤੇ ਲੋੜਾਂ ਕਾਰਨ ਸਮਾਜਿਕ ਜੀਵ ਹੈ ਅਤੇ ਉਹ ਮਨੁੱਖ ਜੋ ਸਮਾਜ ਵਿੱਚ ਰਹਿਣ ਦੀ ਲੋੜ ਮਹਿਸੂਸ ਨਹੀਂ ਕਰਦਾ ਉਹ ਪਸ਼ੂ ਜਾਂ ਦੇਵਤਾ ਹੈ। ਯਾਨੀ ਕਿ ਅਗਰ ਅਸੀਂ ਇੱਕ ਗਲੋਬਲ ਵਰਲਡ ਦੇ ਵਿੱਚ ਰਹਿ ਰਹੇ ਹਾਂ, ਅਗਰ ਇੱਕ ਅਸੀਂ ਜਗ੍ਹਾ 'ਤੇ ਰਹਿ ਰਹੇ ਹਾਂ, ਚਾਹੇ ਪਰਟੀਕੂਲਰ ਕੋਈ ਵੀ ਪਲੇਸ ਹੋਵੇ, ਪਿੰਡ ਹੋਵੇ, ਸ਼ਹਿਰ ਹੋਵੇ, ਕੰਟਰੀ ਹੋਵੇ, ਤਾਂ ਕੋਈ ਵੀ ਇਨਸਾਨ ਜਿਹੜਾ ਹੈਗਾ ਉਹ ਇਕੱਲਾ ਨਹੀਂ ਰਹਿੰਦਾ, ਠੀਕ ਹੈ, ਜਾਂ ਨਹੀਂ ਰਹਿੰਦਾ ਜਾਂ ਨਹੀਂ ਰਹਿ ਸਕਦਾ। ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਪੈਂਦੀ ਹੈ। ਐਰਿਸਟੋਟਲ ਇਹ ਕਹਿੰਦਾ ਹੈ ਕਿ ਅਗਰ ਕਿਸੇ ਵਿਅਕਤੀ ਨੂੰ ਕਿਸੇ ਦੂਸਰੇ ਵਿਅਕਤੀ ਦੀ ਜ਼ਰੂਰਤ ਨਹੀਂ ਪੈਂਦੀ ਤਾਂ ਜਾਂ ਤਾਂ ਉਹ ਜਾਨਵਰ ਹੋ ਸਕਦਾ ਹੈ ਅਤੇ ਜਾਂ ਫਿਰ ਉਹ ਕੋਈ ਦੇਵਤਾ ਜਾਂ ਫਿਰ ਇੰਜ। ਅੱਜ ਇਹ ਸਥਿਤੀ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਰਾਜਾਂ ਦੀ ਹੈ ਅਤੇ ਕੋਈ ਵੀ ਰਾਜ ਕਿਸੇ ਵੀ ਉੱਨਤ ਜਾਂ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਉਹ ਦੂਜੇ ਰਾਜਾਂ ਨਾਲ ਸੰਬੰਧ ਬਣਾਏ ਬਿਨਾਂ ਨਹੀਂ ਰਹਿ ਸਕਦਾ। यानी कि आज चाहे कोई कंट्री है, चाहे वो डिवेलप्ड कंट्री है या फिर डिवेलपिंग कंट्री है, या वो इकनॉमिकली वीक है या स्ट्रोंग है, जिन्नी भी शक्तिशाली है, कमज़ोर है, हर एक नूं जिहड़ी हैगी है ਉਹ ਲੋੜ ਪੈਂਦੀ ਹੈ ਕਿਸੇ ਦੂਸਰੀ ਸਟੇਟ ਦੀ। ਕੋਈ ਵੀ ਸਟੇਟ ਅੱਜ ਇਕੱਲੀ ਨਹੀਂ ਰਹਿ ਸਕਦੀ, ਠੀਕ ਹੈ। ਸੋ ਨਾਓ ਵੀ ਆਰ ਡਿਸਕਸ ਦੈਟ ਇਸੀ ਕਰਕੇ ਅੱਜ ਇਹ ਜਿਹੜਾ ਦੇਸ਼ ਹੈ ਉਹ ਇੱਕ ਗਲੋਬਲ ਵਿਲੇਜ ਦੇ ਰੂਪ ਦੇ ਵਿੱਚ ਤਬਦੀਲ ਹੋ ਰਿਹਾ ਹੈ ਨਾ। ਗਲੋਬਲ ਵਿਲੇਜ ਬਣ ਗਿਆ ਹੈ ਕਿ ਇੱਕ ਦੇਸ਼ ਨੂੰ ਦੂਸਰੇ ਦੇਸ਼ ਦੀ ਜ਼ਰੂਰਤ ਜਿਹੜੀ ਹੈਗੀ ਹੈ ਉਹ ਪੈਂਦੀ ਹੈ। ਸੋ ਇਸ ਦੇ ਨਤੀਜੇ ਵਜੋਂ ਵੱਖ-ਵੱਖ ਰਾਜਾਂ ਦੇ ਵਿਚਕਾਰ ਸੰਬੰਧਾਂ ਦੀ ਮਹੱਤਵਤਾ ਵੱਧ ਗਈ ਹੈ, ਜਿਸ ਨੂੰ ਅਸੀਂ ਕੀ ਨਾਮ ਦੇ ਦਿੰਦੇ ਹਾਂ, ਇੰਟਰਨੈਸ਼ਨਲ ਪੋਲੀਟਿਕਸ ਦਾ ਨਾਮ ਅਸੀਂ ਦਿੰਦੇ ਹਾਂ, ਠੀਕ ਹੈ। तो क्यों लोड़ पई बेटा, बेसिकली क्योंकि पूरा विलेज जोड़ा है, पूरा जोड़ा देश है या पूरा जोड़ा वर्ल्ड है एक ग्लोबल विलेज बन गया है जिथे कोई भी देश दूसरे देशों के नाल संबंध बनाए बिना नहीं रह सकता या लोड़ महसूस करता है। सो इस करके अंतरराष्ट्रीय राजनीति जिहड़ी हैगी है वो अपने एग्जिस्ट दे विच आई है। सो अंतरराष्ट्रीय राजनीति का अर्थ ਅਤੇ परिभाषावां की ने, की पॉलिटिक्स ने, ਇਹਦੀਆਂ परिभाषा की है। ਤੁਸੀਂ ਇਹਦੇ ਵਿੱਚ ਦੇਖੋ, ਤੁਸੀਂ 11 ਦਿੱਤੀਆਂ ਹੋਈਆਂ ਨੇ, 14 14 ਜਿਹੜੀਆਂ ਹੈਗੀਆਂ ਦਿੱਤੀਆਂ ਗਈਆਂ ਪਰਿਭਾਸ਼ਾ, ਲੇਕਿਨ ਇਹਦਾ ਅਰਥ ਕਿੱਥੋਂ ਲਓਗੇ ਤੁਸੀਂ? ਇੱਥੋਂ। ਅੰਤਰਰਾਸ਼ਟਰੀ ਪੋਲੀਟਿਕਸ ਦੇ ਬਾਰੇ ਅਲੱਗ-ਅਲੱਗ ਵਿਚਾਰਕਾਂ ਦੇ ਅਲੱਗ-ਅਲੱਗ ਵਿਚਾਰ ਨੇ। ਕਈ ਸਪੋਰਟਰਸ ਇਹਨੂੰ ਕੁਝ ਕਹਿੰਦੇ ਨੇ ਅਤੇ ਕਈ ਸਪੋਰਟਰਸ ਇਹਨੂੰ ਕੁਝ ਕਹਿੰਦੇ ਨੇ। ਸੋ ਕੁਝ ਜਿਹੜੇ ਫਿਲੋਸਫਰਸ ਨੇ ਜਾਂ ਕੁਝ ਜਿਹੜੇ ਰਾਜਨੀਤਿਕ ਵਿਗਿਆਨ ਦੇ ਮਾਹਿਰ ਨੇ ਉਹ ਇਹ ਕਹਿੰਦੇ ਨੇ ਕਿ ਅੰਤਰਰਾਸ਼ਟਰੀ ਰਾਜਨੀਤੀ ਅੰਤਰਰਾਸ਼ਟਰੀ ਸੰਬੰਧਾਂ ਦਾ ਹੀ ਦੂਜਾ ਨਾਂ ਹੈ ਅਤੇ ਇਹਨਾਂ ਸੰਬੰਧਾਂ ਵਿੱਚ ਹਰ ਰਾਸ਼ਟਰ ਦੂਸਰੇ ਰਾਸ਼ਟਰਾਂ ਦੇ ਮੁਕਾਬਲੇ ਆਪਣੇ ਹਿੱਤਾਂ ਦੀ ਪੂਰਤੀ ਕਰਦਾ ਹੈ, परंतु फिर भी हर राष्ट्र दूसरे राष्ट्र के हितों के नाल तालमेल पैदा करने का यतन करता है। यानी कि अंतरराष्ट्रीय राजनीति, कुछ विद्वान ये कहते हैं कि अंतरराष्ट्रीय संबंध राजनीति जिहड़ी हैगी है वो अंतरराष्ट्रीय संबंधों का ही दूसरा नाम है, जिथे हर एक देश जिथे अपने हितों की पूर्ति लई तो यतन करता ही करता है, इस दे नाल दूसरे देशों के नाल भी संबंध कायम या राबता कायम करता है, ठीक है। So in English we can say that the international politics, we are primarily interested in the power struggle among the governments and of the sovereign states. ਉਸ ਤੋਂ ਬਾਅਦ ਬੇਟਾ ਇਹਦੀਆਂ ਪਰਿਭਾਸ਼ਾਵਾਂ ਜਿਹੜੀਆਂ ਹੈਗੀਆਂ 14 ਨੇ, ਠੀਕ ਹੈ। 14 ਨੇ, ਮੈਂ ਤੁਹਾਨੂੰ ਨੋਟਸ ਦੇ ਵਿੱਚ ਫੋਟੋਜ਼ ਕਲਿੱਕ ਕਰਕੇ ਭੇਜ ਦੂੰ। 14 ਨੇ, ਇਹਦੇ ਵਿੱਚ ਤੁਸੀਂ ਕੋਈ ਵੀ ਜਿਹੜੀਆਂ ਤੁਹਾਨੂੰ ਠੀਕ ਲੱਗਦੀਆਂ ਈਜ਼ੀ ਟੂ ਲਰਨ ਹੈਗੀਆਂ ਉਹ ਤੁਸੀਂ ਐਨੀ ਟੂ ਲਰਨ ਕਰਨੀਆਂ ਇਹਦੀਆਂ ਡੈਫੀਨੇਸ਼ਨ। ਨਾਓ ਪ੍ਰੋਬਲਮ ਆਫ ਦ ਨੋਮੀਕਲੇਚਰ ਵਿੱਚ ਨਾਮਕਰਨ ਦੀ ਸਮੱਸਿਆ। ਹੁਣ ਇਸ ਚੀਜ਼ ਦੀ ਇੰਟਰਨੈਸ਼ਨਲ ਪੋਲੀਟਿਕਸ ਜਿਹੜੀ ਹੈਗੀ ਹੈ ਜਾਂ ਇੰਟਰਨੈਸ਼ਨਲ ਰਿਲੇਸ਼ਨਸ ਜਿਹੜੇ ਹੈਗੇ ਨੇ ਇਹਨਾਂ ਦੇ ਨਾਮਕਰਨ ਦੀ ਸਮੱਸਿਆ ਸਟਿਲ ਬਣੀ ਹੋਈ ਹੈ। ਕਈ ਲੋਕ ਇਸ ਨੂੰ ਇੰਟਰਨੈਸ਼ਨਲ ਪੋਲੀਟਿਕਸ ਕਹਿ ਦਿੰਦੇ ਨੇ, ਕਈ ਲੋਕ ਇਸ ਨੂੰ ਇੰਟਰਨੈਸ਼ਨਲ ਰਿਲੇਸ਼ਨਸ ਕਹਿੰਦੇ ਨੇ, ਕਈ ਲੋਕ ਇੰਟਰਨੈਸ਼ਨਲ ਪੋਲੀਟਿਕਸ ਦਾ ਨਾਮ ਦਿੰਦੇ ਨੇ ਅਤੇ ਮੋਰ ਓਵਰ ਕਈ ਲੋਕ ਜਿਹੜੇ ਹੈਗੇ ਨੇ ਇਹ ਦੂਸਰੇ ਦੇਸ਼ਾਂ ਦੇ ਨਾਲ ਜਿਹੜਾ ਹੈਗਾ ਉਹ ਰਾਬਤਾ ਕਾਇਮ ਕਰਨ ਦੀ ਪ੍ਰਕਿਰਿਆ ਜਿਹੜੀ ਹੈਗੀ ਇਸ ਨੂੰ ਕਹਿ ਦਿੰਦੇ ਨੇ। ਸੋ ਇਸ ਕਰਕੇ ਇਹਦੀ ਨਾਮਕਰਨ ਦੀ ਸਮੱਸਿਆ ਜਿਹੜੀ ਹੈਗੀ ਹੈ ਉਹ ਹੁਣ ਜੇ ਤੱਕ ਵੀ ਬਣੀ ਹੋਈ ਹੈ ਐਜ਼ ਇਟ ਇਜ਼। ਇਸ ਤੋਂ ਬਾਅਦ ਆਉਂਦਾ ਹੈ ਬੇਟਾ ਡਿਫਰੈਂਸ ਬਿਟਵੀਨ ਇੰਟਰਨੈਸ਼ਨਲ ਪੋਲੀਟਿਕਸ ਐਂਡ ਇੰਟਰਨੈਸ਼ਨਲ ਰਿਲੇਸ਼ਨ। ਅੰਤਰਰਾਸ਼ਟਰੀ ਰਾਜਨੀਤੀ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੇ ਵਿਚਕਾਰ ਕੀ ਅੰਤਰ ਹੈ? ਵਾਟ ਇਜ਼ ਦ ਡਿਫਰੈਂਸ?
ਬੇਟਾ ਇੱਕ ਪਾਸੇ ਹੈ ਅੰਤਰਰਾਸ਼ਟਰੀ ਰਾਜਨੀਤੀ ਤੇ ਦੂਸਰੇ ਪਾਸੇ ਹੈ ਇੰਟਰਨੈਸ਼ਨਲ ਰਿਲੇਸ਼ਨ। ਠੀਕ ਹੈ, ਅਗਰ ਸਪੋਜ਼ ਕਰੋ ਤੁਹਾਡਾ ਕੋਈ ਨੇਬਰ ਹੈ ਨਾ, ਅਗਰ ਮੈਂ ਕਹਾਂ ਕਿ ਤੁਹਾਡੇ ਨੇਬਰ ਦੇ ਵਿਚਕਾਰ ਜਾਂ ਤੁਹਾਡੇ ਜਿਹੜੇ ਹੈਗੇ ਨੇ ਗਵਾਂਢੀ ਜਿਹੜੇ ਹੈਗੇ ਨੇ ਉਹਨਾਂ ਦੇ ਵਿਚਕਾਰ ਔਰ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਤੁਹਾਡੇ ਕੀ ਰਿਲੇਸ਼ਨਸ ਦਾ ਡਿਫਰੈਂਟ ਹੈ, ਯਾਨੀ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਔਰ ਜਿਹੜੇ ਗਵਾਂਢੀ ਆ ਉਹਨਾਂ ਦੇ ਨਾਲ ਕੀ ਡਿਫਰੈਂਸ ਹੈ। ਸੋ ਇਸੇ ਤਰ੍ਹਾਂ ਦਾ ਕੁਝ ਨੇਚਰ ਜਿਹੜਾ ਹੈਗਾ, ਇਹ ਡਿਫਰੈਂਸ ਜਿਹੜਾ ਹੈਗਾ ਆਪਾਂ ਇਹਨਾਂ ਦੇ ਵਿੱਚ ਕਰਦੇ ਨੇ। ਦੇਖੋ ਬੇਟਾ, ਸਭ ਤੋਂ ਪਹਿਲਾਂ ਆਉਂਦੇ ਹੈ ਸਬਜੈਕਟ ਮੈਟਰ ਦੇ ਵਿੱਚ ਅੰਤਰ ਹੈ ਦੋਨਾਂ ਦੇ। ਜਿੱਥੇ ਅਸੀਂ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਸਾਰੇ ਹੀ ਸੰਬੰਧਾਂ ਦਾ ਮੇਲ ਮਿਲਾਪ ਕਰਦੇ ਹਾਂ, ਜਿੱਥੇ ਅਸੀਂ ਇੰਟਰਨੈਸ਼ਨਲ ਰਿਲੇਸ਼ਨ ਪੋਲੀਟਿਕਸ ਦੇ ਵਿੱਚ ਸਿਰਫ ਪੋਲੀਟਿਕਸ ਦੀ ਗੱਲ ਕਰਦੇ ਹਾਂ, ਉੱਥੇ ਅਸੀਂ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਜਿਹੜੇ ਹੈਗੇ ਨੇ ਸਾਰੇ ਹੀ ਸੰਬੰਧ ਜਿਹੜੇ ਇਹਦੇ ਵਿੱਚ ਆਣਗੇ, ਵੈਦਰ ਦੇ ਆਰ ਇਕਨੋਮਿਕ, ਵੈਦਰ ਦੇ ਆਰ ਪੋਲੀਟੀਕਲ ਔਰ ਵੈਦਰ ਦੇ ਆਰ ਸੋਸ਼ਲ ਸਮਹਾਉ, ਹੈ ਨਾ। ਸੋ ਇਹਦੇ ਵਿੱਚ ਸਾਰੇ ਰਿਲੇਸ਼ਨਸ ਆਣਗੇ, ਲੇਕਿਨ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਅਸੀਂ ਸਿਰਫ ਪੋਲੀਟੀਕਲ ਵਾਲੇ ਜਿਹੜੇ ਹੈਗੇ ਨੇ ਉਹੀ ਰਿਲੇਸ਼ਨਸ ਕਾਇਮ ਕਰਾਂਗੇ। ਉਸ ਤੋਂ ਬਾਅਦ ਆਉਂਦਾ ਹੈ ਡਿਫਰੈਂਸ ਇਨ ਦੇਅਰ ਮੈਥਡਸ ਆਫ ਸਟੱਡੀ। ਇਹਨਾਂ ਦੀ ਸਟੱਡੀ ਮੈਥਡ ਦੇ ਵਿੱਚ ਵੀ ਕਾਫੀ ਡਿਫਰੈਂਸ ਪਾਇਆ ਜਾਂਦਾ ਹੈ। ਜਿੱਥੇ ਇੰਟਰਨੈਸ਼ਨਲ ਪੋਲੀਟਿਕਸ ਜਿਹੜਾ ਹੈਗਾ ਉਹ ਐਨਾਲਿਟਿਕ ਮੈਥਡ ਹੈ, ਉੱਥੇ ਹੀ ਜਿਹੜਾ ਇੰਟਰਨੈਸ਼ਨਲ ਰਿਲੇਸ਼ਨਸ ਹੈ ਉਹ ਇੱਕ ਐਕਸਪਲੇਨੇਟਰੀ ਮੈਥਡ ਹੈ, ਮੀਨਸ ਵਿਸ਼ਾਲ ਵਿਸ਼ਲੇਸ਼ਣਾਤਮਕ ਔਰ ਵਿਵਰਣਾਤਮਕ, ਮੀਨਸ ਐਕਸਪਲੇਨ ਕਰਦੇ ਹਾਂ। ਇੰਟਰਨੈਸ਼ਨਲ ਰਿਲੇਸ਼ਨਸ ਦੀ ਜਦੋਂ ਆਪਾਂ ਗੱਲ ਕਰਾਂਗੇ ਬੇਟਾ, ਉਹਦੇ ਵਿੱਚ ਫਾਰਮਲ ਅਤੇ ਇਨਫਾਰਮਲ ਦੋਨੋਂ ਹੀ ਚੀਜ਼ਾਂ ਆਉਣਗੀਆਂ। ਬਟ ਜਿੱਥੇ ਅਸੀਂ ਇੰਟਰਨੈਸ਼ਨਲ ਪੋਲੀਟਿਕਸ ਦੀ ਗੱਲ ਕਰਦੇ ਹਾਂ, ਵੀ ਜਸਟ ਰੀਡ ਦ ਸਟੱਡੀ ਆਫ ਦੀ ਪਾਵਰ, ਹੈ ਨਾ। ਸੋ ਉਸ ਤੋਂ ਬਾਅਦ ਆਉਂਦਾ ਹੈ ਬੇਟਾ ਉਦੇਸ਼ ਸੰਬੰਧੀ ਅੰਤਰ, ਡਿਫਰੈਂਸ ਇਨ ਦੇਅਰ ਆਬਜੈਕਟਸ। ਜਿੱਥੇ ਇੰਟਰਨੈਸ਼ਨਲ ਰਿਲੇਸ਼ਨਸ ਦਾ ਕੰਮ ਹੈ ਵੱਖ-ਵੱਖ ਰਾਜਾਂ ਦੇ ਵਿਚਕਾਰ ਆਪਸੀ ਆਦਾਨ ਪ੍ਰਦਾਨ ਦੀ ਪ੍ਰਕਿਰਿਆ ਨੂੰ ਐਕਸਪਲੇਨ ਕਰਨਾ, ਉੱਥੇ ਹੀ ਜਿਹੜਾ ਇੰਟਰਨੈਸ਼ਨਲ ਪੋਲੀਟਿਕਸ ਦਾ ਮਤਲਬ ਹੈ ਉਹਦੇ ਲਈ ਹੈ ਸ਼ਕਤੀ ਲਈ ਸੰਘਰਸ਼ ਦੀ ਸਟੱਡੀ ਕਰਨਾ, ਕਿ ਕੋਈ ਦੇਸ਼ ਕਿੰਨਾ ਕੁ ਪਾਵਰਫੁਲ ਹੈ ਔਰ ਕੋਈ ਦੇਸ਼ ਕਿਸੇ ਦੂਸਰੇ ਦੇਸ਼ ਦੀ ਹਿੱਤਾਂ ਦੀ ਪੂਰਤੀ ਦੇ ਲਈ ਜਾਂ ਆਪਣੇ ਦੇ ਹਿੱਤਾਂ ਦੀ ਪੂਰਤੀ ਲਈ ਕਿਵੇਂ ਕਿਸੇ ਦੂਸਰੇ ਦੇਸ਼ਾਂ ਦੇ ਨਾਲ ਸੰਬੰਧਾਂ ਨੂੰ ਕਾਇਮ ਕਰਦਾ ਹੈ। ਠੀਕ ਹੈ ਬੇਟਾ, ਸੋ ਇਹਦੇ ਵਿੱਚ ਇੰਨਾ ਹੈ ਕਿ ਪਹਿਲਾਂ ਤੁਸੀਂ ਲਿਖੋਗੇ ਇੰਟਰਨੈਸ਼ਨਲ ਪੋਲੀਟਿਕਸ ਦਾ ਕੀ ਮਤਲਬ ਹੈ, ਕਿਉਂ ਲੋੜ ਪਈ ਇੰਟਰਨੈਸ਼ਨਲ ਪੋਲੀਟਿਕਸ ਜਾਂ ਇੰਟਰਨੈਸ਼ਨਲ ਰਿਲੇਸ਼ਨਸ ਦੀ ਲੋੜ ਕਿਉਂ ਪਈ। ਇਸ ਤੋਂ ਬਾਅਦ ਤੁਸੀਂ ਦਓਗੇ ਇਹਦਾ ਮੀਨਿੰਗ ਕੀ ਹੈ, ਉਸ ਤੋਂ ਬਾਅਦ ਤੁਸੀਂ ਦਓਗੇ ਇਹਦੀਆਂ ਦੋ ਡੈਫੀਨੇਸ਼ਨ, ਦੈਨ ਤੁਸੀਂ ਲਿਖੋਗੇ ਡਿਫਰੈਂਸ ਬਿਟਵੀਨ ਇੰਟਰਨੈਸ਼ਨਲ ਪੋਲੀਟਿਕਸ ਐਂਡ ਇੰਟਰਨੈਸ਼ਨਲ ਰਿਲੇਸ਼ਨਸ। ਸੋ ਹਜੇ ਤੁਸੀਂ ਆਪਣੀ ਨੋਟਬੁੱਕਸ ਦੇ ਵਿੱਚ ਇੰਨਾ ਹੀ ਲਿਖਣਾ ਹੈ, ਬਾਕੀ ਜਿਹੜਾ ਅਦਰ ਹੈ ਨੇਚਰ ਆਫ ਦੀ ਇੰਟਰਨੈਸ਼ਨਲ ਪੋਲੀਟਿਕਸ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ।